ਵੈਰੀ ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ। ਚਲੋ ਤਾਂ ਟਾਸਕ 1 ਜਿਹੜਾ ਆਪਾਂ ਉਹ ਸਟਾਰਟ ਕਰਦੇ ਹਾਂ। ਅੱਜ ਮੈਂ ਤੁਹਾਨੂੰ ਫਿਕਸ ਸਟਰਕਚਰਸ ਜਿਹੜੀਆਂ ਨੇ ਉਹ ਕਰਵਾਉਂਗਾ, ਜਿਹੜੀਆਂ ਕਿ ਹਰੇਕ ਟਾਸਕ ਦੇ ਵਿੱਚ ਲੱਗ ਜਾਂਦੀਆਂ ਨੇ। ਲਾਸਟ ਵੀਕ ਕਰਵਾਇਆ ਸੀ ਆਈ ਥਿੰਕ, ਉਹ ਆਪਾਂ ਬਾਰ ਗ੍ਰਾਫ ਲੈ ਕੇ ਤੇ ਫਿਕਸ ਸਟਰਕਚਰਸ ਲਾਈਆਂ ਸੀਗੀਆਂ। ਅੱਜ ਆਪਾਂ ਟੇਬਲ ਲੈ ਕੇ ਫਿਕਸ ਸਟਰਕਚਰਸ ਜਿਹੜੀਆਂ ਨੇ ਲਗਾਵਾਂਗੇ। ਇਹ ਜਿੰਨੇ ਵੀ ਆਪਣੇ ਡੇਟਾ ਸਟਰਕਚਰਸ ਵਾਲੇ ਟਾਸਕ ਹੁੰਦੇ ਨੇ, ਲਾਈਨ ਗ੍ਰਾਫ, ਬਾਰ, ਪਾਈ ਤੇ ਟੇਬਲ, ਇਹ ਤਿੰਨਾਂ ਚਾਰਾਂ ਦੇ ਵਿੱਚ ਲੱਗਦੀਆਂ ਨੇ ਆਪਣੀਆਂ। ਧਿਆਨ ਨਾਲ ਇੱਕ ਟਾਸਕ ਆ ਗਿਆ ਤੁਹਾਨੂੰ ਲਿਖਣਾ ਤਾਂ ਬਾਕੀ ਵੀ ਆ ਜਾਣਗੇ, ਠੀਕ ਹੈ, ਕਿਉਂਕਿ ਸੇਮ ਚੀਜ਼ਾਂ ਨੇ, ਜਸਟ ਵੈਲਿਊਜ਼ ਚੇਂਜ ਕਰਨੀਆਂ ਨੇ ਤੇ ਜਿਸ ਚੀਜ਼ ਦਾ ਡਾਟਾ ਹੈ ਉਹ ਚੇਂਜ ਕਰਨਾ ਹੁੰਦਾ, ਠੀਕ ਹੈ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਨੂੰ ਸਮਝਦੇ ਹਾਂ। The contribution of various economic sectors to X country। देखो X country ਦਾ ਮਤਲਬ ਕੀ ਹੈ? ਕੋਈ ਵੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, USA, ਮਾਲਟਾ, ਕੁਛ ਵੀ, ਠੀਕ ਹੈ। X country ਦਾ ਮਤਲਬ ਆਪਾਂ ਇਹਨੂੰ X country ਹੀ ਲਿਖਣਾ, ਠੀਕ ਹੈ। ਗ੍ਰੋਸ ਡੋਮੈਸਟਿਕ ਪ੍ਰੋਡਕਟ ਯਾਨੀ ਕਿ ਸ਼ਾਰਟ ਫਾਰਮ ਇਹਦੀ ਕੀ ਹੈ? GDP in 2016, 17 and 18 ਕੰਟੀਨਿਊਸ ਈਅਰ ਨੇ ਆਪਣੇ ਕੋਲ ਇੱਕ ਸਾਲ ਦੇ ਗੈਪ ਨਾਲ। ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਕੀ ਸਮਝਣੀ ਹੁੰਦੀ ਹੈ, ਸਾਰੇ ਬੱਚੇ ਗੱਲ ਧਿਆਨ ਨਾਲ ਸੁਣਿਓ। ਵਟ, ਵੈਨ ਤੇ ਵੇਅਰ। ਜਿਹੜਾ ਬੱਚਾ ਇੰਟਰੋ ਸੈਕਸ਼ਨ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਮੈਂਸ਼ਨ ਕਰ ਗਿਆ ਤੇ ਇਨ ਕੇਸ ਜੇ ਅੱਗੇ ਜਾ ਕੇ ਉਹ ਇਹ ਚੀਜ਼ਾਂ ਨਹੀਂ ਵੀ ਬਾਈ ਚਾਂਸ ਕਿਤੇ ਨਹੀਂ ਲਿਖਦਾ, ਇਹਨਾਂ ਦੇ ਨਾਮ ਨਹੀਂ ਲਿਖਦਾ ਬੀਪੀਸ ਦੇ ਵਿੱਚ ਜਾਂ ਓਵਰਆਲ ਦੇ ਵਿੱਚ, ਤਾਂ ਉਹ ਨੰਬਰ ਬੈਂਡ ਕਟਵਾਉਣ ਤੋਂ ਬਚ ਜਾਂਦਾ ਹੈਗਾ, ਕਿਉਂਕਿ ਉਹਨੇ ਇੰਟਰੋ ਦੇ ਵਿੱਚ ਮੈਂਸ਼ਨ ਕਰ ਦਿੱਤਾ ਵੀ ਸਾਡੇ ਕੋਲ ਡਾਟਾ ਜਿਹੜਾ ਹੈਗਾ ਆਹ ਤਿੰਨ ਤਰ੍ਹਾਂ ਦਾ ਡਾਟਾ ਹੈ। ਕਿਵੇਂ? ਤਾਂ ਵਟ, ਵੈਨ, ਵੇਅਰ ਨੂੰ ਮਾਈਂਡ 'ਚ ਰੱਖੋ। ਕਿਵੇਂ? ਸਭ ਤੋਂ ਪਹਿਲਾਂ ਵਟ ਕੀ ਹੈ ਆਪਣੇ ਕੋਲੇ? ਵਟ ਆਪਣੇ ਕੋਲੇ ਹੈਗਾ ਜੀ ਪਰਸੈਂਟੇਜ ਆਫ GDP। ਵਟ ਹੋ ਗਿਆ ਜੀ। ਦੈਨ ਆਪਣੇ ਕੋਲੇ ਵਟ ਤੋਂ ਬਾਅਦ ਕੀ ਆ ਗਿਆ? ਵੈਨ ਆ ਗਿਆ। ਵੈਨ ਕੀ ਹੈ ਆਪਣੇ ਕੋਲੇ? ਈਅਰਸ। ਵੈਨ ਦਾ ਮਤਲਬ ਕੀ ਹੁੰਦਾ? ਕਦੋਂ? ਤਾਂ 2016, 17 ਤੇ 18। ਤੇ ਵੇਅਰ, ਵੇਅਰ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ ਐਕਸ ਕੰਟਰੀ। ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇਗੀਆਂ। ਜੇ ਇਹਨਾਂ ਚੋਂ ਤੁਸੀਂ ਇੱਕ ਵੀ ਚੀਜ਼ ਮਿਸ ਕਰ ਜਾਂਦੇ ਹੋ, ਠੀਕ ਹੈ, ਤਾਂ ਕਿਤੇ ਨਾ ਕਿਤੇ ਤੁਹਾਡੇ ਬੈਂਡ ਸਕੋਰ ਦੇ ਉੱਪਰ ਇਹਦਾ ਇੰਪੈਕਟ ਆਉਂਦਾ ਹੈ। ਵਟ, ਵੈਨ, ਵੇਅਰ ਇੰਟਰੋ ਦੇ ਵਿੱਚ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਪਰਸੈਂਟੇਜ ਆਫ GDP ਹੈ ਆਪਣੇ ਕੋਲੇ, ਦੈਨ ਆਪਣੇ ਕੋਲੇ ਟਾਈਮ ਆ ਤੇ ਆਪਣੇ ਕੋਲੇ ਐਕਸ ਕੰਟਰੀ ਹੈ, ਠੀਕ ਹੈ। ਹੁਣ ਆਪਾਂ ਇਹਦੀ ਇੰਟਰੋ ਬਣਾਉਂਦੇ ਆ। ਓਕੇ, ਉਸ ਤੋਂ ਪਹਿਲਾਂ ਇਹਨੂੰ ਸਮਝੋ। ਐਗਰੀਕਲਚਰ ਨੇ 2016 ਦੇ ਵਿੱਚ GDP ਹੁੰਦਾ ਕੀ ਹੈ? ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦਾ ਕੀ ਹੈ? ਯਾਨੀ ਕਿ ਇੱਕ ਦੇਸ਼ ਦੀ ਵਿੱਚ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਸਾਡੇ ਦੇਸ਼ ਦੀ GDP ਲੋ ਹੈ, ਮਤਲਬ ਕਿ ਇੱਕ ਓਵਰਆਲ ਇਕਨੋਮਿਕ ਗਰੋਥ ਜਿਹੜੀ ਹੁੰਦੀ ਹੈ ਉਹ। ਤਾਂ ਐਗਰੀਕਲਚਰ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਕਿੰਨਾ ਰਿਹਾ? ਉਹ 13% ਰਿਹਾ 2016 ਦੇ ਵਿੱਚ, ਜਿਹੜਾ ਕਿ 2017 ਦੇ ਵਿੱਚ 11 ਹੋ ਗਿਆ, ਯਾਨੀ ਕਿ 2% ਘਟ ਗਿਆ, ਫਿਰ 3% ਵੱਧ ਗਿਆ, 15 ਤੇ ਚਲਾ ਗਿਆ 2018 ਦੇ ਵਿੱਚ। ਉਸ ਤੋਂ ਬਾਅਦ ਇੰਡਸਟਰੀਅਲ ਏਰੀਆ ਯਾਨੀ ਕਿ ਫੈਕਟਰੀਜ਼ ਵਗੈਰਾ 16 ਦੇ ਵਿੱਚ 22 ਸੀਗਾ, 17 ਦੇ ਵਿੱਚ 25 ਵਧਿਆ, ਫਿਰ ਵਧਿਆ, ਤਿੰਨੋਂ ਸਾਲ ਉਹ ਵੱਧਦਾ ਗਿਆ, ਠੀਕ ਹੈ। ਤੇ ਸਰਵਿਸ ਸੈਕਟਰ ਜਿਹੜਾ ਉਹ ਕੰਟੀਨਿਊਸ ਘਟਿਆ ਹੈਗਾ, 65 ਤੋਂ 64 ਤੇ ਆ ਗਿਆ, 64 ਤੋਂ ਸਿੱਧਾ 55 ਤੇ ਆ ਗਿਆ, ਮਤਲਬ ਉਹਦੇ ਚ ਇੱਕ ਬਹੁਤ ਵੱਡਾ ਡ੍ਰੌਪ ਆਇਆ ਜੀ। So ਪਲੀਜ਼ ਮਿਊਟ ਰੱਖੇ। ਓਕੇ, ਤਾਂ ਹੁਣ ਆਪਾਂ ਡਾਟਾ ਜਿਹੜਾ ਹੈਗਾ ਉਹ ਆਬਜ਼ਰਵ ਕਰ ਲਿਆ ਸਾਰਾ, ਠੀਕ ਹੈ। ਯਾਨੀ ਕਿ ਜਿਹੜਾ ਐਗਰੀਕਲਚਰ ਦਾ ਡਾਟਾ ਉਹਦੇ ਵਿੱਚ ਤਾਂ ਆਈਆਂ ਨੇ ਜੀ ਫਲਕਚੁਏਸ਼ਨਸ, ਉਹ ਵੱਧ ਸੀਗਾ, ਘਟਿਆ, ਫਿਰ ਵੱਧ ਗਿਆ। ਇਹ ਕੰਟੀਨਿਊਸਲੀ ਡਿਕਰੀਜ਼ ਵਧਿਆ ਹੈਗਾ, ਇਹ ਲਗਾਤਾਰ ਵਧਿਆ। ਤੇ ਇਹ ਆਪਣੇ ਕੋਲੇ ਸਰਵਿਸ ਸੈਕਟਰ ਜਿਹੜਾ ਹੈਗਾ ਇਹ ਘਟਿਆ, ਠੀਕ ਹੈ। ਸਾਰਾ ਡੇਟਾ ਅੰਡਰਸਟੈਂਡ ਕਰਨ ਤੋਂ ਬਾਅਦ ਹੁਣ ਆਪਾਂ ਇੰਟਰੋ ਬਣਾਵਾਂਗੇ। ਚਲੋ ਇੰਟਰੋ ਵੱਲ ਮੂਵ ਕਰਦੇ। ਜਿੱਥੇ ਵੀ ਜਿਹੜੀ ਚੀਜ਼ ਸਮਝ ਨਾ ਆਵੇ ਤੁਸੀਂ ਬੋਲ ਕੇ ਪੁੱਛਣਾ, ਬੋਲ ਕੇ ਪੁੱਛ ਲਓ। ਚੈਟ ਬਾਕਸ ਵੀ ਖੁੱਲਾ ਹੈਗਾ, ਚੈਟ ਬਾਕਸ ਰਾਹੀਂ ਪੁੱਛਣਾ ਤਾਂ ਹੋਵੇ ਪੁੱਛ ਲਓ, ਠੀਕ ਹੈ ਜੀ। ਹੁਣ ਆਪਾਂ ਦੇਖੋ ਇੰਟਰੋ ਲਿਖਦੇ ਹਾਂ। ਐਕਸਕਿਊਜ਼ ਮੀ ਸਰ। ਜੀ ਬੋਲੀਏ ਸਰ ਜੇ ਆਪਾਂ BP 3 ਬਣਾ ਸਕਦੇ ਹਾਂ, ਐਗਰੀਕਲਚਰ, ਇੰਡਸਟਰੀ ਤੇ ਸਰਵਿਸ, ਕਨਫਿਊਜ਼ਨ ਨਾ ਹੋਊਗੀ। ਦੇਖੋ ਇਹ ਇਹਨਾਂ ਦੀਆਂ ਇੱਕ ਇੱਕ ਦੋ ਦੋ ਲਾਈਨਾਂ ਬਣਨੀਆਂ ਨੇ, ਇਸ ਕਰਕੇ 3 BPs ਬਣਾਉਣਾ ਇਸ ਟਾਸਕ ਦੇ ਵਿੱਚ ਵਧੀਆ ਨਹੀਂ ਹੋਊਗਾ। 3 BPs ਤੁਸੀਂ ਬਣਾਓ
मैं ਤੁਹਾਨੂੰ ਦਿਖਾਉਣਾ ਇੱਕ ਮਿੰਟ ਜੇ ਇੱਥੇ ਸ਼ੋ ਹੋ ਗਿਆ ਤਾਂ 25 ਨਵੰਬਰ ਸਰ ਉਹੀ ਮੈਂ ਤੁਹਾਡੀ ਵੀਡੀਓ ਹੀ ਦੇਖੀ ਸੀ ਹਾਂ ਕੱਲ ਮੈਂ ਇੱਕ ਵਾਲੀ। ਮਿੰਟ ਬਾਕੀ ਬੱਚਿਆਂ ਨੂੰ ਜੇ ਕਿਸੇ ਨੇ ਨਾ ਦੇਖੀ ਹੋਈ ਤਾਂ ਜੇ ਇੱਥੇ ਆਪਾਂ ਨੂੰ ਮਿਲ ਗਿਆ ਤਾਂ ਇੱਥੇ ਉਹ ਨਾ ਟਾਸਕ ਆ ਨਹੀਂ ਰਿਹਾ। ਜੇ ਉਸ ਚੀਜ਼ ਨੂੰ ਸਮਝਣਾ ਹੈ ਤਾਂ ਤੁਸੀਂ ਐ ਕਰਿਓ, ਜਿਹੜਾ 25 ਨਵੰਬਰ ਨੂੰ ਐਗਜ਼ਾਮ ਟਾਸਕ 1 ਆਇਆ ਸੀ ਉਹ ਮੈਂ YouTube ਤੇ ਪਾਈ ਹੈ ਵੀਡੀਓ, ਤੁਸੀਂ ਉਹ ਦੇਖ ਲੈਣਾ। ਠੀਕ ਹੈ, ਤੁਹਾਨੂੰ ਕਲੀਅਰ ਹੋ ਜਾਊਗਾ ਕਿ 3 BPs ਕਦੋਂ ਬਣਾਉਣੇ ਨੇ। ਜਦੋਂ ਤਾਂ ਹੁਣ ਦੇਖੋ ਉੱਥੇ ਡਾਟਾ ਬਹੁਤ ਜ਼ਿਆਦਾ ਸੀਗਾ, ਤਾਂ ਜੇ ਆਪਾਂ ਉਹਨਾਂ ਨੂੰ 1 ਜਾਂ 2 BPs ਦੇ ਵਿੱਚ ਮਰਜ ਕਰਦੇ ਡਾਟਾ ਤਾਂ ਕਨਫਿਊਜ਼ਿੰਗ ਹੋ ਜਾਣਾ ਸੀ, ਅਨਰੀਡੇਬਲ ਹੋ ਜਾਣਾ ਸੀ। ਠੀਕ ਹੈ, ਬਟ ਜਦੋਂ ਡਾਟਾ ਥੋੜਾ ਫਿਰ BPs 2 ਹੀ ਰੱਖੋ। ਹੁਣ ਇਹਦੇ ਚ ਕੀ ਕਰਾਂਗੇ ਆਪਾਂ, 1 BP ਦੇ ਵਿੱਚ ਐਗਰੀਕਲਚਰ ਇੰਡਸਟਰੀ ਲਿਖ ਦਿਆਂਗੇ, 1 ਚ ਸਰਵਿਸ ਲਿਖ ਦਿਆਂਗੇ, ਜਾਂ ਫਿਰ ਕੀ ਕਰਾਂਗੇ 1 ਦੇ ਵਿੱਚ ਕੱਲਾ ਐਗਰੀਕਲਚਰ ਲਿਖ ਦਿਆਂਗੇ ਤੇ ਇੰਡਸਟਰੀ ਸਰਵਿਸ ਅਲੱਗ ਕਰ ਦਿਆਂਗੇ। ਠੀਕ ਹੈ, ਜੇ ਕੱਲੇ ਐਗਰੀਕਲਚਰ ਦੇ ਨਾਲ ਇੱਥੇ ਆਪਣੇ ਕੋਲ 2016 17 18 19 20 21 22 5-6 ਸਾਲਾਂ ਦਾ ਡਾਟਾ ਹੁੰਦਾ, ਫਿਰ ਆਪਾਂ ਨੂੰ ਇੱਕ ਜਿਵੇਂ ਕੱਲੇ ਐਗਰੀਕਲਚਰ ਦੇ ਲਈ 1 ਤੋਂ 2 ਤੋਂ 3 ਸੈਂਟੈਂਸ 2 ਤੋਂ 3 ਸੈਂਟੈਂਸਸ ਦੀ ਲੋੜ ਪੈ ਜਾਣੀ ਸੀਗੀ। ਠੀਕ ਹੈ, ਬਟ ਹੁਣ ਆਪਾਂ ਨੂੰ ਇੱਕ ਜਾਂ ਦੋ ਸੈਂਟੈਂਸ ਦੇ ਵਿੱਚ ਇਹਨਾਂ ਨੂੰ ਕਵਰ ਕਰਨਾ ਹੋਊਗਾ। ਠੀਕ ਹੈ, ਤਾਂ ਆਪਾਂ ਜ਼ਿਆਦਾ BPs ਜਿਹੜੇ ਨੇ ਉਹ ਨਹੀਂ ਬਣਾਵਾਂਗੇ। ਓਕੇ ਆਈ ਹੋਪ ਇਹ ਗੱਲ ਕਲੀਅਰ ਹੋ ਗਈ ਹੋਣੀ ਹੈ। ਠੀਕ ਹੈ, ਚਲੋ ਤਾਂ ਦੀ ਇਨਫੋਰਮੇਸ਼ਨ ਰਿਗਾਰਡਿੰਗ, ਹੁਣ ਮੈਂ ਕੀ ਕਿਹਾ ਸੀ, ਵਟ ਵੈਨ ਵੇਅਰ ਯਾਦ ਰੱਖੋ। ਇਨਫੋਰਮੇਸ਼ਨ ਰਿਗਾਰਡਿੰਗ ਦੀ ਪਰਸੈਂਟੇਜ ਆਫ, ਪਰਸੈਂਟੇਜ ਨੂੰ ਪ੍ਰੋਪੋਰਸ਼ਨ ਪਾ ਦਿਓ, ਪ੍ਰੋਪੋਰਸ਼ਨ ਆਫ ਗ੍ਰੋਸ ਡੋਮੈਸਟਿਕ ਪ੍ਰੋਡਕਟ ਪਾ ਦਿਓ ਇੱਕ ਵਾਰ, ਬਾਅਦ ਚ ਭਾਵੇਂ GDP ਲਿਖੀ ਜਾਇਓ। ਦੀ ਇਨਫੋਰਮੇਸ਼ਨ ਰਿਗਾਰਡਿੰਗ ਵਟ ਆ ਗਿਆ ਆਪਣਾ, ਪ੍ਰੋਪੋਰਸ਼ਨ ਕੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆਫ 3 ਵੇਰੀਅਸ, ਉਹਨਾਂ ਨੇ ਵੇਰੀਅਸ ਵਰਡ ਯੂਜ਼ ਕੀਤਾ, ਆਪਾਂ ਡਿਫਰੈਂਟ ਯੂਜ਼ ਕਰ ਲਾਂਗੇ। 3 ਡਿਫਰੈਂਟ percentile ਲਿਖ ਸਕਦੇ ਹੋ। ਹਾਂਜੀ, 3 different sectors, the information regarding the proportion of gross domestic product of 3 different sectors to X country, as it is ਲਿਖ ਦੋ, X country ਨੂੰ X nation ਪਾ ਦੋ, during, ਹੁਣ ਇੱਥੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ, during 2016 2017 and 2018 is depicted in the given tabular chart। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਆਪਾਂ ਇੱਕ ਚੀਜ਼ ਦੇਖ ਪਾ ਰਹੇ ਹਾਂ ਵੀ ਡਾਟਾ ਬਹੁਤ ਥੋੜਾ ਹੈ ਆਪਣੇ ਕੋਲੇ। ਹੋ ਸਕਦਾ 150 ਵਰਡ ਪੂਰਾ ਕਰਨ ਦੇ ਵਿੱਚ ਪ੍ਰੋਬਲਮ ਆਏ, ਤਾਂ ਉੱਥੇ ਸਮਾਰਟ ਵਰਕ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇੱਕ ਇੰਟਰੋ ਇਹ ਹੋਗੀ, ਦੂਜੀ ਇੰਟਰੋ ਦੇਖੋ ਜਿਹਦੇ ਵਿੱਚ ਮੈਂ ਇਹਨੂੰ 2 ਸੈਂਟੈਂਸਸ ਦੇ ਵਿੱਚ ਰੱਖਾਂਗਾ। ਕਿਵੇਂ, the information regarding the proportion of gross domestic product of 3 different sectors to X nation, ਆ ਚੀਜ਼ ਮੈਂ ਕੱਢ ਦਿਆਂਗਾ, is depicted in the rendered ਟੈਬੂਲਰ ਚਾਰਟ, ਸੈਮੀਕੋਲਨ ਦਾ ਯੂਜ਼ ਕਰਾਂਗਾ, ਨਾਲ ਲਿਖਾਂਗਾ ਐਡੀਸ਼ਨਲੀ ਜਾਂ ਮੋਰ ਓਵਰ, ਤਾਂ ਕਿ ਤੁਸੀਂ ਦੂਜੇ ਬੱਚਿਆਂ ਨਾਲੋਂ ਅਲੱਗ ਲੱਗੋ। ਮੈਂ ਤਾਂ ਕਹੂੰਗਾ ਵੈਸੇ ਹੀ ਆ ਚੀਜ਼ ਰੱਖੋ, ਪਰ ਕਈ ਵਾਰ ਇਹ ਚੀਜ਼ ਨਹੀਂ ਵਰਕ ਕਰਦੀ, ਫਿਰ ਉੱਪਰ ਵਾਲੀ ਰੱਖੋ। ਠੀਕ ਹੈ, ਮੋਰ ਓਵਰ ਦੀ ਡਾਟਾ ਇਜ਼ ਆਫ 3 consecutive years, ਕਾਲਨ ਦਾ ਯੂਜ਼ ਕਰੋ, 2016 2017 and 2018।
18 ਇਹ ਉਹਦੇ ਨਾਲੋਂ ਵੀ ਜ਼ਿਆਦਾ ਸਮਾਰਟ ਇੰਟਰੋ ਬਣ ਗਈ ਤੁਹਾਡੀ। ਠੀਕ ਹੈ, ਹੁਣ ਇਹਦੇ ਵਿੱਚ ਨਾਲੇ ਵੋਕੈਬ ਆ ਗਈ ਕਿੱਦਾਂ। ਦੀ ਡਾਟਾ ਇਜ਼ ਆਫ 3 consecutive years। consecutive years ਕਦੋਂ ਲਿਖਣਾ, ਜਦੋਂ ਤੁਹਾਡੇ ਕੋਲੇ ਡਾਟਾ ਜਿਹੜਾ ਹੈਗਾ ਈਅਰ ਜਿਹੜੇ ਨੇ ਉਹ ਰੈਗੂਲਰ ਚੱਲ ਰਹੇ ਨੇ, ਜਿਵੇਂ 2016 ਹੈ, ਉਸ ਤੋਂ ਬਾਅਦ 17 ਹੀ ਆਉਂਦਾ ਤਾਂ 17 ਹੀ ਲਿਖਿਆ ਹੋਇਆ ਹੈ, 17 ਤੋਂ ਬਾਅਦ 18 ਹੀ ਆਉਂਦਾ। ਜੇ ਮੰਨ ਲਓ ਡਾਟਾ ਹੁੰਦਾ ਇੱਥੇ ਹੁੰਦਾ 2016, ਇੱਥੇ ਹੁੰਦਾ 2019, ਇੱਥੇ ਹੁੰਦਾ 2023, ਯਾਨੀ ਕਿ ਉਲਟ ਪੁਲਟ ਨੇਗੇ। 16 ਤੋਂ ਬਾਅਦ 19 ਆ ਗਿਆ, 19 ਤੋਂ 23 ਦੇ ਵਿੱਚ ਫਿਰ 4 ਸਾਲਾਂ ਦਾ ਗੈਪ ਆ ਗਿਆ, 16 ਤੋਂ ਬਾਅਦ 19 ਦੇ ਵਿੱਚ 3 ਸਾਲਾਂ ਦਾ ਗੈਪ, ਯਾਨੀ ਕਿ ਗੈਪ ਜਿਹੜਾ ਹੈਗਾ ਉਹ ਇਕੁਅਲ ਨਹੀਂ ਹੈਗਾ। ਜਦੋਂ ਗੈਪ ਇਕੁਅਲ ਨਹੀਂ ਹੁੰਦਾ ਉਦੋਂ ਤੁਸੀਂ ਇੱਥੇ ਕੌਨਸੀਕਿਊਟਿਵ ਦੀ ਜਗ੍ਹਾ ਤੇ ਕੀ ਵਰਡ ਯੂਜ਼ ਕਰਨਾ ਹੈ, 3 ਡਿਫਰੈਂਟ ਵਰਡਸ, ਮਤਲਬ 3 ਡਿਫਰੈਂਟ ਈਅਰਸ। 3 ਜ਼ਰੂਰੀ ਨਹੀਂ ਕਿ ਇੱਥੇ 3 ਜਿੰਨੇ ਈਅਰ ਹੋਣਗੇ ਉਹਨੇ, ਠੀਕ ਹੈ, 3 ਡਿਫਰੈਂਟ ਈਅਰਸ। ਠੀਕ ਹੈ, ਅੱਜ ਦੇ ਦਿਨ ਲਈ ਮੈਂ ਜਿਹੜੀ ਇੰਟਰੋ ਹੈ ਉਹ ਇਹ ਵਾਲੀ ਰੱਖ ਰਹੇ ਹਾਂ, ਦੂਜੀ ਇੰਟਰੋ ਨੂੰ ਆਪਾਂ ਨੀਚੇ ਕਰ ਦਿੰਦੇ ਹਾਂ, ਮਤਲਬ PDF ਦੇ ਵਿੱਚ ਤੁਹਾਨੂੰ ਸ਼ੋ ਇਹ ਵੀ ਹੋਊਗੀ ਬਟ ਨੀਚੇ। ਠੀਕ ਹੈ, ਤਾਂ ਇੰਟਰੋ ਮੈਨੂੰ ਦੱਸ ਦਿਓ ਵੀ ਸਮਝ ਆ ਗਈ ਸਭ ਨੂੰ। ਨਾਲੇ ਇਹਦੇ ਚ ਤੁਹਾਨੂੰ ਪੰਕਚੁਏਸ਼ਨਸ ਦੇ ਨੰਬਰ ਮਿਲਣਗੇ। ਸੈਮੀਕੋਲਨ ਦਾ ਯੂਜ਼ ਤੁਸੀਂ ਦਿਖਾਇਆ, ਨਾਲ ਤੁਸੀਂ ਕੋਲਨ ਦਾ ਯੂਜ਼ ਦਿਖਾ ਦਿੱਤਾ। ਜਿਹੜਾ ਇਹ ਸੈਮੀਕੋਲਨ ਹੈ ਇਹਦਾ ਯੂਜ਼ ਵੀ ਸਿੱਖ ਲਓ ਕਿਵੇਂ ਹੁੰਦਾ ਹੈਗਾ। ਇਹਦਾ ਯੂਜ਼ ਹੁੰਦਾ ਹੈ ਕਿ ਫੁੱਲ ਸਟਾਪ ਦੀ ਜਗ੍ਹਾ ਤੇ ਆਪਾਂ ਸੈਮੀਕੋਲਨ ਯੂਜ਼ ਕਰ ਲੈਂਦੇ ਆ। ਸੈਮੀਕੋਲਨ ਦਾ ਰੂਲ ਇਹ ਕਹਿੰਦਾ ਵੀ ਮੈਂ ਆਪਣੇ ਤੋਂ ਬਾਅਦ ਪਹਿਲਾ ਅੱਖਰ ਵੱਡਾ ਨਹੀਂ ਲੈਣਾ ਜਦ ਤੱਕ ਉਹ ਕੋਈ ਨਾਮ ਨਹੀਂ ਹੈਗਾ। ਠੀਕ ਹੈ, ਤੇ ਜਿਹੜਾ ਕੋਲਨ ਹੈ ਇਹ ਕਹਿੰਦਾ ਵੀ ਮੇਰੇ ਤੋਂ ਬਾਅਦ ਹਮੇਸ਼ਾ ਇੱਕ ਲਿਸਟ ਚੱਲੂਗੀ, ਚਾਹੇ ਉਹ 2 ਚੀਜ਼ਾਂ ਦੀ ਹੋਵੇ, ਚਾਹੇ 3 ਦੀ, ਭਾਵੇਂ 50 ਦੀ, ਭਾਵੇਂ 60 ਦੀ। ਇਹ ਕਹਿੰਦਾ ਵੀ ਮੇਰੇ ਤੋਂ ਬਾਅਦ ਇੱਕ ਲਿਸਟ ਹੀ ਆਊਗੀ। ਠੀਕ ਹੈ, ਚਲੋ ਇੰਟਰੋ ਡਨ ਹੋ ਗਈ। ਹੁਣ ਆਪਾਂ ਮੂਵ ਕਰਾਂਗੇ ਓਵਰਆਲ ਵੱਲ। ਤਾਂ ਓਵਰਆਲ ਨੂੰ ਲੈ ਕੇ ਕੁਝ ਬੱਚਿਆਂ ਦਾ ਡਾਊਟ ਇਹ ਹੁੰਦਾ ਵੀ ਓਵਰਆਲ ਨੂੰ ਇੰਟਰੋ ਤੋਂ ਬਾਅਦ ਲਿਖੀਏ ਜਾਂ ਲਾਸਟ ਤੇ ਲਿਖੀਏ। ਜਿੱਥੇ ਮਰਜ਼ੀ ਲਿਖੋ, ਗਲਤ ਕੋਈ ਵੀ ਨਹੀਂ ਹੈ, ਪਰ ਓਵਰਆਲ ਰਹਿਣਾ ਨਹੀਂ ਚਾਹੀਦਾ। ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣਾ। ਮੰਨ ਕੇ ਚੱਲੋ ਕਿ ਤੁਹਾਡੇ ਕੋਲੇ ਇੱਕ ਘੰਟਾ ਹੁੰਦਾ, ਦੇਖੋ ਪੇਪਰ ਦੇ ਵਿੱਚ ਤੁਸੀਂ ਟਾਸਕ 2 ਪਹਿਲਾਂ ਲਿਖ ਲਿਆ, ਤੁਸੀਂ ਟਾਸਕ 1 ਬਾਅਦ ਚ ਲਿਖ ਰਹੇ ਹੋ, ਤੁਸੀਂ ਓਵਰਆਲ ਦੂਜੇ ਨੰਬਰ ਤੇ ਲਿਖ ਦਿੱਤਾ। BP1 ਬਣਾਇਆ, BP2 ਬਣਾ ਰਹੇ ਸੀਗੇ, ਉਹਦੇ ਵਿੱਚ ਤੁਸੀਂ ਟਾਈਮ ਓਵਰ ਹੋ ਗਿਆ, ਟਾਈਮ ਖਤਮ ਹੋ ਗਿਆ, ਤੇ ਤੁਸੀਂ 1 ਲਾਈਨ ਲਿਖੀ ਜਾਂ 2 ਲਾਈਨਾਂ ਲਿਖੀਆਂ, ਤੁਸੀਂ ਫੁੱਲ ਸਟਾਪ ਲਾ ਕੇ ਉੱਥੇ ਖਤਮ ਕਰ ਦੋਗੇ ਤਾਂ ਐਗਜ਼ਾਮੀਨਰ ਵਿਲ ਸੀਮਸ ਦੈਟ ਕਿ ਬੱਚੇ ਨੇ ਇੰਨਾ ਹੀ ਲਿਖਿਆ ਸੀਗਾ। ਜਿਹੜਾ ਇਹ ਡਾਟਾ ਹੁੰਦਾ ਆਪਾਂ ਇਹ 70 ਤੋਂ 80% ਕਵਰ ਕਰਨਾ ਹੁੰਦਾ। ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਦਾ ਸਾਰਾ ਹੀ ਲਿਖਣਾ। ਅੱਜ ਦੇ ਕੇਸ ਦੇ ਵਿੱਚ ਆਪਣੇ ਕੋਲ ਡਾਟਾ ਘੱਟ ਹੈ, ਅੱਜ ਆਪਾਂ ਸਾਰਾ ਹੀ ਲਿਖਾਂਗੇ, ਬਟ ਜਦੋਂ ਤੁਹਾਡੇ ਕੋਲ ਡੇਟਾ ਬਹੁਤ ਜ਼ਿਆਦਾ ਹੈਗਾ ਉਦੋਂ ਤੁਸੀਂ ਕੀ ਕਰਨਾ ਹੈ, ਉਦੋਂ ਤੁਸੀਂ 70 ਤੋਂ 80% ਡੇਟਾ ਹੀ ਕਵਰ ਕਰਨਾ ਹੁੰਦਾ। ਤਾਂ ਮੇਰੀ ਸਲਾਹ ਇਹ ਹੈ ਕਿ ਤੁਸੀਂ ਓਵਰਆਲ ਨੂੰ ਦੂਜੇ ਨੰਬਰ ਤੇ ਲਿਖ ਦਿਓ। ਇਨ ਕੇਸ ਜੇ BP2 ਦੇ ਵਿੱਚ 1 ਲਾਈਨ ਰਹਿ ਵੀ ਗਈ ਲਿਖਣ ਵਾਲੀ, ਤੁਸੀਂ ਉਹ ਲਿਖੋ ਹੀ ਨਾ, ਉੱਥੇ ਫੁੱਲ ਸਟਾਪ ਲਾ ਕੇ ਫਿਨਿਸ਼ ਕਰ ਦਿਓ। ਕਿਉਂਕਿ ਜੇ ਉਹ ਲਿਖਦੇ ਤੁਸੀਂ ਮੰਨ ਲਓ ਇਹਨਾਂ ਲਿਖਿਆ ਦੀ ਪਰਸੈਂਟੇਜ ਆਫ, ਅੱਗੋਂ ਸ਼ੀਟ ਖੁੱਸ ਗਈ, ਉਹਨਾਂ ਨੇ ਫੜ ਲਈ, ਤਾਂ ਉਹ ਐ ਲੱਗੂਗਾ ਅਧੂਰਾ ਰਹਿ ਗਿਆ, ਉਹਦੇ ਨੰਬਰ ਕੱਟੇ ਜਾਣਗੇ। ਤੇ ਜੇ ਓਵਰਆਲ ਲਾਸਟ ਤੇ ਲਿਖਦੇ ਓਵਰਆਲ ਤਾਂ ਆਲਰੇਡੀ 1 ਲਾਈਨ ਦਾ ਹੁੰਦਾ ਜਾਂ 1.5 ਲਾਈਨ ਦਾ ਹੁੰਦਾ, ਓਵਰਆਲ ਲਾਸਟ ਤੇ ਲਿਖਦੇ ਅੱਧਾ ਰਹਿ ਗਿਆ, ਤੇ ਉਹ ਤਾਂ ਕਲੀਅਰ ਪਤਾ ਲੱਗ ਜੂਗਾ ਕਿ ਬੱਚੇ ਦਾ ਓਵਰਆਲ ਰਹਿ ਗਿਆ। ਠੀਕ ਹੈ, ਸੋ ਹੁਣ ਆਪਾਂ ਓਵਰਆਲ ਦੇ ਵਿੱਚ ਇਹ ਦੇਖ ਰਹੇ ਹਾਂ। ਓਵਰਆਲ ਦੇ ਵਿੱਚ ਆਪਾਂ ਮੈਕਸਿਮਮ ਮਿਨੀਮਮ ਸ਼ੋ ਕਰ ਦਿਆਂਗੇ ਕਿ ਇੰਡਸਟਰੀ ਸੈਕਟਰ ਜਿਹੜਾ ਹੈਗਾ ਇਹ ਰੈਗੂਲਰ ਵਧਿਆ, ਸਰਵਿਸ ਸੈਕਟਰ ਘਟਿਆ, ਐਗਰੀਕਲਚਰ ਨੇ ਕੁਝ ਫਲਕਚੁਏਸ਼ਨ ਦਿਖਾਈਆਂ। ਠੀਕ ਹੈ, ਤਾਂ ਇਟ ਇਜ਼ ਅਪੈਰੈਂਟ ਦੈਟ ਵਾਈਲ ਨਾਲ ਸਟਾਰਟ ਕਰ ਦੋ। ਵਾਈਲ ਦਾ ਕੰਪਲੈਕਸ ਮਿਊਟ ਰੱਖੇ ਪਲੀਜ਼। ਵਾਈਲ ਜਦੋਂ ਵਾਈਲ ਅੱਗੇ ਯੂਜ਼ ਕਰ ਲੈਣੇ ਤਾਂ ਇਹਦਾ ਮਤਲਬ ਕੀ ਬਣ ਜਾਂਦਾ, ਜਿੱਥੇ ਕਿ, ਠੀਕ ਹੈ, ਜਿੱਥੇ ਕਿ ਐਗਰੀਕਲਚਰ showed, past ਦਾ ਡਾਟਾ showed some fluctuations। ਹੁਣ ਦੇਖੋ ਇਹ ਮੈਂ ਕਿਉਂ ਕਹਿ ਰਿਹਾ ਵੀ ਆਪਾਂ ਜਦੋਂ ਉੱਪਰ ਲਿਖ ਦਿੱਤਾ ਪ੍ਰਪੋਰਸ਼ਨ ਆਫ ਗ੍ਰੋਸ ਡੋਮੈਸਟਿਕ ਪ੍ਰੋਡਕਟ, ਹੁਣ ਇੱਥੇ ਵਾਰ-ਵਾਰ ਤੁਹਾਨੂੰ ਇਹ ਲਿਖਣ ਦੀ ਲੋੜ ਨਹੀਂ। ਜੇ ਕਿਤੇ ਲਿਖਣਾ ਤਾਂ ਲਿਖ ਵੀ ਦਿਓ, ਵਾਰ-ਵਾਰ ਇਹ ਲਿਖਣ ਦੀ ਲੋੜ ਨਹੀਂ ਵੀ ਦੀ ਐਗਰੀਕਲਚਰ ਗ੍ਰੋਸ ਡੋਮੈਸਟਿਕ ਪ੍ਰੋਡਕਟ percentage was service sector gross domestic product percentage was, ਤਾਂ ਉਹ ਵਰਡ ਬਹੁਤ ਰੈਪੀਟੇਸ਼ਨ ਹੋ ਜਾਣੀ।
ਕਿਤੇ ਕਿਤੇ ਜਿੱਥੇ ਉਵੇਂ ਦਾ ਸੈਂਟੈਂਸ ਬਣਦਾ ਉਦਾਂ ਦਾ ਬਣਾ ਦਿਓ। ਹੁਣ ਜਦੋਂ ਆਪਾਂ ਉੱਪਰ ਮੈਂਸ਼ਨ ਕਰ ਦਿੱਤਾ ਵੀ ਇਸ ਚੀਜ਼ ਦਾ ਡਾਟਾ ਹੈਗਾ ਤਾਂ ਐਗਜ਼ਾਮੀਨਰ ਨੂੰ ਕਲੀਅਰ ਹੈ। ਠੀਕ ਹੈ, ਤਾਂ ਇਸ ਕਰਕੇ ਵਟ ਵੈਨ ਵੇਅਰ ਬੜਾ ਜ਼ਰੂਰੀ ਹੈ। ਇਟ ਇਜ਼ ਅਪੈਰੈਂਟ ਦੈਟ ਵਾਈਲ ਐਗਰੀਕਲਚਰ ਸ਼ੋਡ ਸਮ ਫਲਕਚੁਏਸ਼ਨਸ, ਤਾਂ ਇਹਨੂੰ ਮੈਂ ਕੰਪਲੈਕਸ ਕੰਪਾਊਂਡ ਬਣਾਵਾਂਗਾ। ਐਂਡ ਇੰਡਸਟਰੀ increased regularly, ਆ ਕੌਮੇ ਦਾ ਮਤਲਬ ਜਿਹੜਾ ਹੈਗਾ, ਇਹਦਾ ਮਤਲਬ ਬਣ ਗਿਆ ਉੱਥੇ ਹੀ। ਜਿਵੇਂ while agriculture showed some fluctuations and agriculture increased regularly, ਆ ਕੌਮਾ ਜਿਹੜਾ while ਤੋਂ ਬਾਅਦ ਲਾ ਰਹੇ ਆ, ਉੱਥੇ ਹੀ ਸਰਵਿਸ ਸੈਕਟਰ GDP decreased continues। ਲਓ ਜੀ, ਆਪਣਾ ਓਵਰਆਲ ਵੀ ਬਣ ਗਿਆ। ਨਾਲੇ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ, ਕੋਲੋਕੇਸ਼ਨਸ ਬਣ ਗਈਆਂ। ਡਿਕਰੀਜ਼ਡ ਕੰਟੀਨਿਊਸਲੀ ਮਤਲਬ ਲਗਾਤਾਰ ਘਟਿਆ, ਇਨਕਰੀਜ਼ਡ ਰੈਗੂਲਰਲੀ ਲਗਾਤਾਰ ਵਧਿਆ, ਸਮ ਫਲਕਚੁਏਸ਼ਨਸ, ਸਮ ਕੀ ਹੈ ਇੱਥੇ, ਇੱਕ ਇੱਥੇ ਐਡਜੈਕਟਿਵ ਦਾ ਕੰਮ ਕਰ ਰਿਹਾ ਵੀ ਕੁਝ ਕੁ ਫਲਕਚੁਏਸ਼ਨਸ ਆਈਆਂ ਨੇ। ਫਲਕਚੁਏਸ਼ਨਸ ਮਤਲਬ ਵੱਧ ਸੀਗਾ ਘਟ ਗਿਆ ਫਿਰ ਵੱਧ ਗਿਆ, ਘਟ ਘਟ ਸੀਗਾ ਵੱਧ ਗਿਆ ਵੱਧ ਗਿਆ, ਵੱਧ ਸੀਗਾ ਘਟ ਗਿਆ ਫਿਰ ਘਟ ਗਿਆ। ਓਵਰਆਲ ਵੀ ਵਧੀਆ ਤਰੀਕੇ ਨਾਲ ਕਲੀਅਰ ਸਭ ਨੂੰ। ਸਰ ਜਿਹੜਾ ਤੁਸੀਂ ਸਰਵਿਸ ਸੈਕਟਰ ਦੇ ਅੱਗੇ ਕੋਮਾ ਪਾਇਆ ਉਹਦਾ ਮਤਲਬ ਬਟ ਬਣਦਾ? ਨਹੀਂ ਬਟ ਨਹੀਂ, ਦੇਖੋ ਇਹਦਾ ਇੱਕ ਸੈਂਟੈਂਸ ਸਮਝੋ। ਹੁਣ ਆਪਣੇ ਕੋਲ ਚੀਜ਼ਾਂ ਤਿੰਨ ਸੀਗੀਆਂ, ਇਹ ਚੀਜ਼ ਸਾਰੇ ਜਣੇ ਸਮਝੋ। ਮੈਂ ਇੱਕ ਸੈਂਟੈਂਸ ਬਣਾਇਆ, ਮੈਂ ਕਿਹਾ ਜੀ ਰਾਮ ਲਾਈਕਸ ਐਪਲਸ ਵਾਈਲ ਸ਼ਾਮ ਲਾਈਕਸ ਬਨਾਨਾਸ। ਮੈਂ ਕਿਹਾ ਰਾਮ ਨੂੰ ਭਾਈ ਸੇਬ ਪਸੰਦ ਨੇ, ਜਦ ਕਿ ਸ਼ਾਮ ਨੂੰ ਕੇਲੇ ਪਸੰਦ ਨੇ। ਹੁਣ ਮੇਰੇ ਕੋਲ ਜਣੇ ਤਿੰਨ ਆ ਗਏ। ਠੀਕ ਹੈ, ਮੈਂ ਕਿਹਾ ਜੀ ਰਾਮ ਲਾਈਕਸ ਐਪਲਸ ਐਂਡ ਗੀਤਾ ਲਾਈਕਸ ਮੈਂਗੋਸ। ਹੁਣ ਵਾਈਲ ਤੋਂ ਪਹਿਲਾਂ ਇੱਕ ਕੰਪਲੀਟ ਸੈਂਟੈਂਸ ਹੈ, ਦੋ ਸੈਂਟੈਂਸ ਨੇ। ਇਹ ਵਾਲਾ ਐਂਡ ਦੇ ਨਾਲ ਕੌਮਾ ਕਿਉਂ ਲੱਗਿਆ, ਇਹ ਮੈਂ ਤੁਹਾਨੂੰ ਕਰਵਾਇਆ ਹੋਇਆਗਾ ਕਿ ਐਂਡ ਆਪਣੇ ਨਾਲ ਕੌਮਾ ਕਦੋਂ ਲੈਂਦਾ, ਜਦੋਂ ਐਂਡ ਤੋਂ ਬਾਅਦ ਇੱਕ ਕੰਪਲੀਟ ਸੈਂਟੈਂਸ ਆਉਣਾ ਹੋਵੇ। ਕੰਪਲੀਟ ਸੈਂਟੈਂਸ ਦਾ ਮਤਲਬ ਕੀ ਹੁੰਦਾ, ਜਿਹਦੇ ਵਿੱਚ ਸਬਜੈਕਟ ਵੀ ਹੋਵੇ, ਵਰਬ ਵੀ ਹੋਵੇ ਤੇ ਆਬਜੈਕਟ ਵੀ ਹੋਵੇ। ਗੀਤਾ ਲਾਈਕਸ, ਗੀਤਾ ਕੀ ਹੈ ਸਬਜੈਕਟ, ਲਾਈਕਸ ਮੈਂਗੋ, ਲਾਈਕਸ ਵਰਬ, ਮੈਂਗੋ ਆਬਜੈਕਟ। ਠੀਕ ਹੈ, ਜੇ ਹੁੰਦਾ ਇੱਥੇ ਰਾਮ ਲਾਈਕਸ ਐਪਲਸ ਐਂਡ ਮੈਂਗੋਸ, ਤਾਂ ਇੱਥੇ ਐਂਡ ਦੇ ਨਾਲ ਕੌਮਾ ਨਹੀਂ ਆਉਣਾ ਸੀ, ਕਿਉਂਕਿ ਐਂਡ ਤੋਂ ਬਾਅਦ ਇੱਕ ਹੀ ਵਰਡ ਹੈ। ਜਦ ਐਂਡ ਤੋਂ ਬਾਅਦ ਕੰਪਲੀਟ ਸੈਂਟੈਂਸ ਹੈ, ਦੈਨ ਐਂਡ ਤੋਂ ਪਹਿਲਾਂ ਕੌਮਾ ਆਉਂਦਾ। ਠੀਕ ਹੈ, ਇਹ ਹੁਣ ਵਾਈਲ ਜਿਹੜਾ ਵਿੱਚ ਲਾ ਕੇ ਸਟਰਕਚਰ ਤੁਹਾਨੂੰ ਮੈਂ ਸਮਝਾਈ ਹੈ। ਹੁਣ ਇਹੀ ਵਾਈਲ ਜਦੋਂ ਇੱਥੇ ਦਾ ਮਤਲਬ ਕਿ ਰਾਮ ਨੂੰ ਕੇਲੇ ਪਸੰਦ ਨੇ, ਸੇਬ ਪਸੰਦ ਨੇ, ਗੀਤਾ ਨੂੰ ਅੰਬ ਪਸੰਦ ਨੇ, ਜਦ ਕਿ ਸ਼ਾਮ ਨੂੰ ਬਨਾਨਾਸ ਪਸੰਦ ਨੇ। ਹੁਣ ਮੈਂ ਇਸ ਵਾਈਲ ਨੂੰ ਲੈ ਆਇਆ ਜੀ ਅੱਗੇ। ਆ ਮਤਲਬ ਕੀ ਹੋ ਗਿਆ, ਜਦ ਕਿ। ਹੁਣ ਜਦੋਂ ਵਾਈਲ ਅੱਗੇ ਆ ਜਾਂਦਾ, ਇਹਦਾ ਮਤਲਬ ਬਣ ਜਾਂਦਾ ਜਦ ਕਿ, ਜਾਂ ਕਹਿ ਲਓ ਜਿੱਥੇ ਕਿ ਸ਼ਾਮ, ਜਿੱਥੇ ਕਿ ਸ਼ਾਮ ਲਾਈਕਸ ਬਨਾਨਾਸ। ਆ ਕੌਮਾ ਮੈਂ ਪਾਤਾ, ਮੈਂ ਕਿਹਾ ਕੌਮਾ ਉੱਥੇ ਹੀ, ਆ ਵਾਈਲ ਜਿੱਥੇ ਕਿ, ਆ ਕੌਮਾ ਉੱਥੇ ਹੀ ਰਾਮ ਨੂੰ ਸੇਬ ਪਸੰਦ ਨੇ। ਪਰ ਹੁਣ ਮੇਰੇ ਕੋਲ ਜਣੇ ਤਿੰਨ ਆ ਗਏ, ਮੈਂ ਵਾਈਲ ਵਾਲੀ ਸਟਰਕਚਰ ਵੀ ਲਾਉਣੀ ਚਾਹੁੰਦਾ, ਤਾਂ ਮੈਂ ਕੀ ਕੀਤਾ, ਜਿੱਥੇ ਕਿ ਰਾਮ ਨੂੰ, ਸੌਰੀ, ਜਿੱਥੇ ਕਿ ਸ਼ਾਮ ਨੂੰ ਕੇਲੇ ਪਸੰਦ ਨੇ, ਗੀਤਾ ਨੂੰ ਮੈਂਗੋਜ਼ ਪਸੰਦ ਨੇ, ਉੱਥੇ ਹੀ ਰਾਮ ਨੂੰ ਐਪਲ ਪਸੰਦ ਨੇ। ਉੱਥੇ ਹੀ, ਹੋਲਡ ਕਰਿਓ ਇੱਕ ਸੈਕਿੰਡ।
ਓਕੇ ਜੀ। ਤਾਂ ਮੈਂ ਜਿਹੜੀ ਇੱਥੇ ਗੱਲ ਕਰ ਰਿਹਾ ਸੀ, ਜਿੱਥੇ ਕਿ ਸ਼ਾਮ ਨੂੰ ਕੇਲੇ ਪਸੰਦ ਨੇ ਗੀਤਾ ਨੂੰ, ਉੱਥੇ ਹੀ ਰਾਮ ਨੂੰ ਸੇਬ ਪਸੰਦ ਨੇ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਇਹ ਚੀਜ਼ ਕਲੀਅਰ ਹੋ ਗਈ ਸਭ ਨੂੰ? ਤਾਂ ਉਹੀ ਚੀਜ਼ ਮੈਂ ਇੱਥੇ ਯੂਜ਼ ਕੀਤੀ ਹੈ ਕਿ ਜਿੱਥੇ ਕਿ ਐਗਰੀਕਲਚਰ ਨੇ ਫਲਕਚੁਏਸ਼ਨ ਸ਼ੋ ਕੀਤੀ ਹੈ, ਇੰਡਸਟਰੀ ਸੈਕਟਰ ਜਿਹੜਾ ਸੀਗਾ ਉਹ ਰੈਗੂਲਰ ਇਨਕਰੀਜ਼ ਹੋਇਆ, ਉੱਥੇ ਹੀ ਸਰਵਿਸ ਸੈਕਟਰ ਜਿਹੜਾ ਹੈਗਾ ਉਹ ਡਿਕਰੀਜ਼ ਹੋਇਆ। ਜੇ ਮੈਂ ਇਹ ਕੌਮਾ ਨਹੀਂ ਲਾਵਾਂਗਾ ਨਾ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ, ਪਰ ਆਪਾਂ ਬਿਲਕੁਲ ਰੂਲ ਦੇ ਅਕੋਰਡਿੰਗ ਚੱਲ ਰਹੇ ਹਾਂ, ਜਿੱਥੇ ਕੌਮਾ ਲੱਗਣਾ ਆਪਾਂ ਲਾਇਆ ਹੈ। ਠੀਕ ਹੈ, ਮੈਂ ਇਹ ਵੀ ਚੀਜ਼ ਡਿਲੀਟ ਨਹੀਂ ਕਰਦਾ, ਇਹਨੂੰ ਥੱਲੇ ਕਰ ਦਿੰਦਾ। ਠੀਕ ਹੈ, ਚਲੋ ਹੁਣ ਗੱਲ ਆ ਗਈ ਜੀ ਅੱਗੇ ਬੀਪੀਸ ਦੀ। ਤਾਂ ਹੁਣ ਆਪਾਂ ਪਹਿਲਾਂ ਗੱਲ ਕਰਾਂਗੇ ਐਗਰੀਕਲਚਰ ਸੈਕਟਰ ਦੀ। ਤਾਂ ਆਪਾਂ ਲਿਖਾਂਗੇ ਫਸਟਲੀ focusing on the agriculture sector, ਕਿ ਅਸੀਂ ਪਹਿਲਾਂ ਐਗਰੀਕਲਚਰ ਸੈਕਟਰ ਜਿਹੜਾ ਹੈਗਾ ਉਹਦੀ ਗੱਲ ਕਰਾਂਗੇ। ਠੀਕ ਹੈ, ਤਾਂ ਹੁਣ ਆਪਣੇ ਕੋਲੇ ਹੈਗਾ ਜੀ 2013-16 ਦੇ ਵਿੱਚ 13%, 17 ਦੇ ਵਿੱਚ 11 ਤੇ 18 ਦੇ ਵਿੱਚ 15%। ਠੀਕ ਹੈ, ਇੱਥੇ ਆਪਣੀ ਨਾ ਇੱਕ ਹੋਵਰਡ ਬਿਟਵੀਨ ਵਾਲੀ ਸਟਰਕਚਰ ਜਿਹੜੀ ਉਹ ਲੱਗ ਸਕਦੀ ਹੈ। ਠੀਕ ਹੈ, ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦਾ, ਪਰ ਆਪਾਂ ਇੱਥੇ ਉਹ ਲਾਵਾਂਗੇ ਨਹੀਂ। ਕਾਰਨ ਕੀ ਹੈ? ਕਿਉਂਕਿ ਵਰਡ ਕਾਊਂਟ ਨਹੀਂ ਪੂਰਾ ਹੋਣਾ। ਠੀਕ ਹੈ, ਪਰ ਪਹਿਲਾਂ ਮੈਂ ਲਾ ਦਿੰਦਾ। ਠੀਕ ਹੈ, ਜਿਵੇਂ ਦੇਖੋ ਤਾਂ ਆਪਾਂ ਕਹਿ ਦਿਆਂਗੇ ਦੀ ਕੰਟਰੀਬਿਊਸ਼ਨ of this sector hovered between 11% and 15%। ਚਲੋ ਕੋਈ ਗੱਲ। The contribution of this sector hovered between 11% and 15%। ਹੁਣ ਇਸ ਚੀਜ਼ ਨੂੰ ਸਮਝਿਓ। ਮੈਂ ਕੀ ਕੀਤਾ ਜੀ, ਮੇਰੇ ਕੋਲੇ 3 ਵੈਲਿਊਜ਼ ਸੀਗੀਆਂ। ਇੱਕ ਮੈਂ ਸਭ ਤੋਂ ਛੋਟੀ ਵੈਲਿਊ ਉਠਾ ਲਈ, ਉਹਨਾਂ 3 ਵੈਲਿਊਜ਼ ਦੇ ਵਿੱਚੋਂ ਇੱਕ ਮੈਂ ਸਭ ਤੋਂ ਵੱਡੀ ਵੈਲਿਊ ਉਠਾ ਲਈ। ਠੀਕ ਹੈ, ਤਾਂ ਆਪਾਂ ਕਿਹਾ ਕਿ ਜਿਹੜਾ 11 ਹੋਵਰਡ ਬਿਟਵੀਨ 11% ਐਂਡ 15%, ਤਾਂ 11 ਤੇ 15 ਦੇ ਵਿੱਚ ਹੀ 13 ਆਉਂਦਾ ਨਾ। ਠੀਕ ਹੈ, ਦੀ ਕੰਟਰੀਬਿਊਸ਼ਨ ਆਫ ਦਿਸ ਸੈਕਟਰ ਹੋਵਰਡ ਬਿਟਵੀਨ 11% ਐਂਡ 15%। ਮੈਨੂੰ ਦੱਸਿਓ ਵੀ ਇਹ ਗੱਲ ਕਲੀਅਰ ਹੋ ਗਈ ਸਭ ਨੂੰ? ਦੁਬਾਰਾ ਸੁਣ ਲਓ, ਦੁਬਾਰਾ ਸੁਣ ਲਓ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ। ਮੈਂ ਕਿਹਾ ਜੀ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਕਿੰਨੇ ਕੁ ਪੈਸੇ ਤੁਸੀਂ ਸ਼ੂਜ਼ ਦੇ ਉੱਪਰ ਸਪੈਂਡ ਕਰਦੇ ਹੋ। ਠੀਕ ਹੈ, ਕਿੰਨੇ ਕੁ ਪੈਸੇ ਤੁਸੀਂ ਸ਼ੂਜ਼ ਦੇ ਉੱਪਰ ਸਪੈਂਡ ਕਰਦੇ ਹੋ। ਮੈਂ ਕਿਹਾ ਜੀ ਆਈ ਸਪੈਂਡ, ਮੈਂ ਬੋਲ ਕੇ ਦੱਸ ਦਿੰਦਾ, ਆਈ ਸਪੈਂਡ ਮਨੀ ਔਨ ਸ਼ੂਜ਼ ਹੋਵਰਡ ਬਿਟਵੀਨ 1000 ਐਂਡ 2000। ਮਤਲਬ 1000 ਤੋਂ ਲੈ ਕੇ 2000 ਦੇ ਵਿੱਚ ਮੈਂ ਜਿਹੜੇ ਬੂਟ ਲੈਣਾ, ਇਸ ਤੋਂ ਮਹਿੰਗੇ ਨਹੀਂ ਲੈਂਦਾ, ਨਾ ਇਸ ਤੋਂ ਘੱਟ, ਮਤਲਬ 1000 ਤੋਂ ਘੱਟ ਵੀ ਨਹੀਂ ਲੈਂਦਾ, 2000 ਤੋਂ ਜ਼ਿਆਦਾ ਵੀ ਨਹੀਂ ਲੈਂਦਾ। ਮਤਲਬ ਹੁਣ ਮੇਰੇ ਬੂਟ ਜਿਹੜੇ ਨੇ ਉਹ 1100 ਦੇ ਵੀ ਹੋ ਸਕਦੇ ਨੇ, 1200 ਦੇ ਵੀ, 13, 14, 15, 16, 17, 18, 19 ਤੇ 2000। ਠੀਕ ਹੈ, ਉਹ ਮੇਰੇ ਬੂਟ ਇਸ ਰੇਂਜ ਦੇ ਵਿੱਚ ਨੇ। ਤਾਂ ਆਪਾਂ ਉਹੀ ਗੱਲ ਹਰਪ੍ਰੀਤ ਇੱਥੇ ਕੀਤੀ ਹੈ ਕਿ ਜਿਹੜਾ ਐਗਰੀਕਲਚਰ, ਇਹਨੂੰ ਮੈਂ ਦਿਸ ਲਿਖ ਦਿੱਤਾ ਇੱਥੇ, ਦਿਸ ਕਿਉਂਕਿ ਮੈਂ ਇੱਥੇ ਐਗਰੀਕਲਚਰ ਲਿਖਿਆ। ਮੈਂ ਕਿਹਾ ਜਿਹੜਾ ਕੰਟਰੀਬਿਊਸ਼ਨ ਇਸ ਸੈਕਟਰ ਦਾ ਹੈਗਾ ਉਹ 11% ਤੋਂ ਲੈ ਕੇ 15% ਦੇ ਵਿੱਚ ਹੈਗਾ। ਤਾਂ ਹੁਣ ਕੀ ਹੈ, ਤਾਂ 11%, 13% ਵੀ ਵਿੱਚ ਹੀ ਆ ਗਿਆ। ਬਸ ਇੱਥੇ ਇੱਕ ਈਅਰ ਮੈਂਸ਼ਨ ਕਰਨ ਵਾਲੇ ਰਹਿ ਗਏ। ਠੀਕ ਹੈ, ਕਿਵੇਂ? ਦੀ ਕੰਟਰੀਬਿਊਸ਼ਨ ਆਫ ਦਿਸ ਸੈਕਟਰ ਹੋਵਰਡ ਬਿਟਵੀਨ 11% ਐਂਡ 15% during 2016 and 2018। ਕਿ 2016 ਤੋਂ ਲੈ ਕੇ 2018 ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਐਗਰੀਕਲਚਰ ਨੇ ਦਿੱਤਾ ਉਹ 11 ਤੋਂ ਲੈ ਕੇ 15% ਦੇ ਵਿਚਕਾਰ ਸੀਗਾ। ਕਲੀਅਰ ਜੀ ਸਭ ਨੂੰ ਇਹ ਗੱਲ? ਪਲੀਜ਼ ਸਾਰੇ ਜਣੇ ਦੱਸਿਓ। ਸਰ ਨਾਲੇ ਸੋਨੂ ਸਿੰਘ ਤੁਸੀਂ ਜੀ ਇੱਕ ਲਿਖ ਵਾਰ ਦਿੱਤੇ ਹੀ ਦੱਸਿਆ ਸੀ ਨਾ ਵੀ ਇੱਕ ਘਟਾ ਕੇ ਲਿਖੀਦਾ ਹੁੰਦਾ, ਜਿਵੇਂ ਕਿ 11 ਚ 10 ਬਣਾ ਲੈਣਾ ਇਹਨਾਂ ਨੂੰ। ਹਾਂ, ਉਹ ਕਦੋਂ ਲਿਖਣਾ ਉਹ ਵੀ ਸੁਣੋ। ਜਿਵੇਂ ਹੁਣ ਦੇਖੋ ਇੱਥੇ ਮੇਰੇ ਕੋਲੇ 22 ਹੈ।
ठीक है इत्थे मेरे को 22 है तो 22 की राउंड फिगर मैं एक घटा सकदा जरूरी नहीं कि हरेक जगह ते घटाउणा है ठीक है जिथे तुहानू लगदा है कि राउंड फिगर नहीं बन रही मान लो इत्थे हुण की है अपने कोले 22 है इत्थे 25 इत्थे 30 है इत्थे तो राउंड फिगर हैगी है इनू 22 नू एक घटा लो ठीक है ਤਾਂ ਆਪਾਂ ਕਹਿ ਦਿੱਤਾ ਵੀ 21 ਤੋਂ ਲੈ ਕੇ 30 ਦੇ ਵਿਚਾਲੇ ਵਿਚਾਲੇ ਸੀਗਾ ਫਿਰ 22 ਵੀ ਵਿੱਚ ਆ ਜਾਊਗਾ 25 ਵੀ ਵਿੱਚ ਆ ਜਾਊਗਾ ਕਲੀਅਰ ਚਲੋ ਮੈਂ ਇੱਕ ਵਾਰੀ ਇਸ ਸੈਂਟੈਂਸ ਨੂੰ ਰੱਖ ਲੈਣਾ ਮੈਨੂੰ ਲੱਗਦਾ ਆਪਣੇ ਵਰਡ ਪੂਰੇ ਹੋ ਜਾਣਗੇ ਠੀਕ ਹੈ ਹੁਣ ਆਪਾਂ ਇੰਡਸਟਰੀ ਸੈਕਟਰ ਵੱਲ ਆਉਂਦੇ ਆ ਠੀਕ ਹੈ ਤਾਂ ਮੈਂ ਲਿਖਿਆ ਔਨ ਦੀ ਅਦਰ ਹੈਂਡ ਔਨ ਦੀ ਅਦਰ ਹੈਂਡ ਤਾਂ ਇੰਡਸਟਰੀ ਹੁਣ 22% ਹੈ 25% ਹੈ ਫਿਰ 30 ਹੈ ਠੀਕ ਹੈ ਹੁਣ ਲੋਨ ਨੂੰ ਇੱਥੇ ਵੀ ਆਪਾਂ ਇੱਕ ਸਟਰਕਚਰ ਲਾਵਾਂਗੇ ਠੀਕ ਹੈ ਕਿਵੇਂ ਦੀ ਕਿ ਇਹ ਲਗਾਤਾਰ ਵਧਿਆ ਬਾਏ ਦੇ ਨਾਲ ਬਣਾ ਦੇਾਂਗੇ ਬਾਏ ਦੇ ਨਾਲ ਕਿਵੇਂ ਕਿ this sector sorry this ਨਹੀਂ industry sector ਹੁਣ ਇਨਕਰੀਜ਼ਡ ਵਰਡ ਆਪਾਂ ਉੱਪਰ ਯੂਜ਼ ਕਰ ਲਿਆ ਇੱਥੇ ਕਰਾਂਗੇ ਰੋਜ਼ ਰਾਈਜ਼ ਦੀ ਸੈਕਿੰਡ ਫਾਰਮ industry sector rose industry sector was 22% in 2016 which rose by ਤਾਂ 25 ਦੇ ਵਿੱਚੋਂ 22 ਘਟਾਉਂਗਾ ਤਾਂ ਕਿੰਨੇ ਬਣਨਗੇ which rose by 3% in the next year and eventually मतलब आखिरकार ਕਿਹੜਾ ਹੈਗਾ 2018 eventually it reached 30% सेंटेंस समझावा या क्लियर हो गया ਆਪਾਂ ਕਿਹਾ ਇੰਡਸਟਰੀ ਸੈਕਟਰ 22% ਸੀਗਾ 2016 ਦੇ ਵਿੱਚ ਜੋ ਕਿ ਰੋਜ਼ ਬਾਈ 3% ਜੋ ਕਿ 3% ਵਧਿਆ ਇਨ ਦੀ ਨੈਕਸਟ ਈਅਰ ਜੇ ਮੈਂ ਇੱਥੇ ਮੰਨ ਲਓ 2 ਲਾ ਦਿਆਂ 2 ਤਾਂ ਫਿਰ ਮੈਂ ਇੱਥੇ ਕੀ ਲਿਖੂੰਗਾ ਜੀ ਫਿਰ ਮੈਂ ਲਿਖੂੰਗਾ 25% which rose to 25% ਜੋ ਕਿ 25% ਤੇ ਚਲਾ ਗਿਆ ਪਰ ਮੈਂ ਬਾਏ ਦਾ ਯੂਜ਼ ਕੀਤਾ ਹੈ ਜਦੋਂ ਬਾਏ ਨਾਲ ਲਿਖਣਾ ਹੁੰਦਾ ਹੈ ਫਿਰ ਵੱਡੀ ਵੈਲਿਊ ਚ ਛੋਟੀ ਵੈਲਿਊ ਘਟਾ ਦਈਦੀ ਹੈ ਜੋ ਬਚਦਾ ਹੈਗਾ ਉਹਨੂੰ ਆਪਾਂ ਲਿਖ ਦਿੰਦੇ ਹਾਂ ਹਾਂਜੀ ਦਲਜੀਤ ਇਦਾਂ ਵੀ ਲਿਖ ਸਕਦੇ ਆ ਜਿਵੇਂ ਤੁਸੀਂ ਭੇਜ ਰਹੇ ਹੋ ਲਿਖ ਸਕਦੇ ਹੋ ਠੀਕ ਹੈ ਦਲਜੀਤ ਇਦਾਂ ਕਹਿ ਰਿਹਾ ਹੈਗਾ ਜਿਵੇਂ ਮੰਨ ਲਓ ਇਹ ਸੈਂਟੈਂਸ ਹੈ the industry sector on the other hand emphasize करके लिखना तो लो ये रख लो यानी कि कनैक्टर ਨੂੰ ਸੈਂਟੈਂਸ ਦੇ ਵਿੱਚ ਲਾ ਦੇਣਾ ਠੀਕ ਹੈ ਇਹ ਵੀ ਤੁਹਾਨੂੰ ਕਰਵਾਇਆ ਸੀਗਾ ਇੰਡਸਟਰੀ ਸੈਕਟਰ ਔਨ ਦੀ ਅਦਰ ਹੈਂਡ was 22% in 2016 which ਜੋ ਕਿ rose by 3% in the next year 16 ਤੋਂ ਬਾਅਦ ਕਿਹੜਾ ਆਉਂਦਾ ਹੈ 17 ਤਾਂ ਮੈਂ ਈਅਰ ਵੀ ਨਹੀਂ ਲਿਖੇ ਤੇ ਮੈਂ ਡਾਟਾ ਵੀ ਲਿਖ ਦਿੱਤਾ ਬਿਲਕੁਲ ਕਲੀਅਰ ਐਂਡ ਇਵੈਂਚੁਅਲੀ ਤੇ ਆਖਿਰਕਾਰ ਇਟ ਰੀਚਡ 30% ਕਈ ਬੱਚੇ ਰੀਚ ਦੇ ਨਾਲ ਐਟ ਲਾ ਦਿੰਦੇ ਨੇ ਨਹੀਂ ਲੱਗਦਾ ਨਾ ਲਾਇਆ ਕਰੋ ਠੀਕ ਹੈ ਇਟ ਰੀਚਡ 30% ਇੱਥੋਂ ਤੱਕ ਆਪਾਂ ਇੱਕ ਵਾਰ ਆਪਣਾ ਵਰਡ ਕਾਊਂਟ ਦੇਖ ਲਈਏ ਕਿੰਨਾ ਹੋ ਗਿਆ 98 ਵਰਡਸ ਹੋ ਗਏ ਇੱਥੋਂ ਤੱਕ ਆਪਣੇ ਤਾਂ ਮੈਨੂੰ ਐ ਲੱਗ ਰਿਹਾ ਵੀ ਡਾਟਾ ਆਪਣਾ ਪੂਰਾ ਨਹੀਂ ਆਉਣਾ ਤਾਂ ਜਿਹੜਾ ਹੋਵਰਡ ਬਿਟਵੀਨ ਵਾਲੀ ਸਟਰਕਚਰ ਹੈ ਆਪਾਂ ਇਹਦੇ ਵਿੱਚ ਕੁਝ ਚੇਂਜ ਕਰ ਦਿਆਂਗੇ ਠੀਕ ਹੈ ਚਲੋ ਪਰ ਪਹਿਲਾਂ ਅੱਗੇ ਚੱਲਦੇ ਹਾਂ ਫਰਦਰ scrutinizing the details of the service sector
कि हुण असीं सर्विस सैक्टर की गल करांगे। ठीक है जी। हुण सर्विस सैक्टर दे विच देखो 65% सीगा, फिर 64, इत्थे आपां डिस्क्रिपेंसी वाला सेंटेंस लावांगे, फिक्स है। ठीक है, तो 65 ते 64 दे विच कितना डिफरेंस है जी? 1% का। तो मैं लिखिया जी 1% डिस्क्रिपेंसी मतलब अंतर, कैन बी सीन in the contribution given by this sector between 2016 and 2017। मैं क्या जी कि ਜਿਹੜਾ 1% ਦਾ ਅੰਤਰ डिस्क्रिपेंसी डिफरेंस यानी कि कैन बी सीन देखा जा सकता है इन दी कंट्रीब्यूशन ਦੇ ਵਿੱਚ given by this sector ਕਿਹੜਾ? सर्विस sector between 2016 and 17 semicolon the former was 65% and the latter was 64%। ਤਾਂ ਇਸ ਸੈਂਟੈਂਸ ਨੂੰ ਧਿਆਨ ਨਾਲ ਸਮਝੋ ਕਿ 2016 ਤੇ 17 ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਸਰਵਿਸ ਸੈਕਟਰ ਨੇ ਦਿੱਤਾ ਉਹਦੇ ਵਿੱਚ 1% ਦਾ ਅੰਤਰ ਦੇਖਿਆ ਜਾ ਸਕਦਾ ਹੈ, ਕੈਨ ਬੀ ਸੀਨ, ਨਾਲੇ ਪੈਸਿਵ ਲੱਗ ਗਿਆ। ਠੀਕ ਹੈ, 64 ਚੋਂ 65 ਕੱਢਾਂਗੇ 1% ਬਚਿਆ। ਸਕ੍ਰੂਟੀਨਾਈਜ਼ਿੰਗ ਮਤਲਬ ਪੜਤਾਲ ਕਰਨਾ। ਇਹ ਸੈਂਟੈਂਸ ਕਲੀਅਰ ਹੋਇਆ ਸਭ ਨੂੰ? ਹਾਂਜੀ ठीक है। अपार्ट फ्रॉम दिस इस तो इलावा in 2018 the same sector GDP dropped to 55%। टास्क कंप्लीट हो गया, बट आप एक बार वर्ड काउंट देख लिए कितना होया अपना। 144 वर्ड होए ने। ठीक है, तो आप इत्थे कुछ ना कुछ देखते हैं की कर सकते हैं 5-7 वर्ड पाउन दे लई। The same sector's GDP dropped to 55%। okay, तो the same sector GDP had a significant fall which gave a decrease of 64 ਤੋਂ 55 ਤੇ ਆਇਆ ਤਾਂ ਕਿੰਨਾ ਰਹਿ ਗਿਆ ਮਗਰ? 9 ਰਹਿ ਗਿਆ ਨਾ। okay, which resulted in a decrease of 9%। ठीक है, ਤਾਂ ਇੱਥੋਂ ਤੱਕ ਇੱਕ ਵਾਰ ਦੁਬਾਰਾ ਚੈੱਕ ਕਰ ਲੈਣੇ। ਤਾਂ ਜਦੋਂ ਤੁਹਾਨੂੰ ਸੈਂਟੈਂਸ ਫਾਰਮੇਸ਼ਨ ਬਣਾਉਣੀ ਆ ਜਾਂਦੀ ਹੈ ਉਦੋਂ ਤੁਸੀਂ ਕੁਝ ਵੀ ਗੇਮ ਕਰ ਸਕਦੇ ਹੋ। ਹੁਣ ਦੇਖੋ 152 ਵਰਡਸ ਤੁਹਾਡੇ ਸਾਹਮਣੇ ਸ਼ੋ ਹੋ ਰਹੇ ਨੇ, 150 ਲਿਖਣਾ ਹੁੰਦਾ, ਦੋ ਜ਼ਿਆਦਾ ਹੀ ਨੇ। ਤਾਂ ਹੋਵਰਡ ਬਿਟਵੀਨ ਦੇ ਨਾਲ ਹੀ ਆਪਾਂ ਆਪਣਾ ਜਿਹੜਾ ਵਰਡ ਕਾਊਂਟ ਹੈ ਪੂਰਾ ਕਰਨਾ। ਆਪਾਂ ਕਿਹਾ ਦੀ ਸੇਮ ਸੈਕਟਰਸ GDP ਹੈਡ ਅ ਸਿਗਨੀਫੀਕੈਂਟ ਫਾਲ, ਸੇਮ ਸੈਕਟਰ ਦਾ ਬਹੁਤ ਵੱਡਾ ਫਾਲ ਆਇਆ which resulted in a decrease of 9%, ਜਿਹਦਾ ਰਿਜ਼ਲਟ ਇਹ ਸੀਗਾ ਕਿ 9% ਹੋਰ ਘਟ ਗਈ, which resulted in a decrease of
ਮੋਰ ਨਹੀਂ ਆਏਗਾ। which resulted in a decrease of 9%, ਜਿਹਦਾ ਨਤੀਜਾ ਇਹ ਨਿਕਲਿਆ ਕਿ 9% ਹੋਰ GDP ਡਾਊਨ ਆ ਗਈ। ਹਾਂਜੀ, ਇੱਥੋਂ ਤੱਕ ਕਿਸੇ ਦਾ ਕੋਈ ਡਾਊਟ ਕਿਸੇ ਸਰ ਵੀ ਤਰ੍ਹਾਂ ਦਾ? 9% ਦੱਸਿਓ ਕਿਵੇਂ ਆਇਆ? ਕਿਵੇਂ ਜੀ? 9% ਦੱਸਿਓ ਕਿਵੇਂ ਆਇਆ? ਹਾਂ ਠੀਕ ਹੈ, ਗੁੱਡ ਕੁਐਸਚਨ। ਦੇਖੋ ਆਪਾਂ ਕਿਹਾ ਵੀ 65 ਸੀਗੀ 64 ਸੀਗੀ, ਇਹਨਾਂ ਦੇ ਵਿੱਚ 1% ਦਾ ਅੰਤਰ ਸੀਗਾ। ਆਪਾਂ ਕਿਹਾ 2018 ਦੇ ਵਿੱਚ ਸੇਮ ਸੈਕਟਰ ਜਿਹੜਾ GDP had a significant fall, ਇਹਦੇ ਵਿੱਚ ਇੱਕ significant ਦਾ ਮਤਲਬ ਹੁੰਦਾ ਵੱਡਾ ਫਾਲ ਆਇਆ, ਮਤਲਬ ਡਿੱਗਿਆ ਥੱਲੇ ਨੂੰ, ਜਿਹਦਾ ਨਤੀਜਾ ਇਹ ਨਿਕਲਿਆ decreased in 9%, ਮਤਲਬ ਕਿ ਇਹ ਕਿੰਨਾ ਸੀਗਾ 65 ਸੀਗਾ। ਕਦੋਂ? 2017 ਦੇ ਵਿੱਚ। ਤਾਂ ਜਦੋਂ ਆਪਾਂ ਜੀ 65 ਦੇ ਵਿੱਚੋਂ ਦੇਖੋ 65 ਮਾਈਨਸ ਕਿੰਨਾ ਸੀਗਾ 55 ਕੀਤਾ, ਸੌਰੀ 65 ਦੇ 64 ਸੀਗਾ 17 ਦੇ ਵਿੱਚ। 64 ਦੇ ਵਿੱਚੋਂ ਜਦੋਂ ਆਪਾਂ 55 ਮਾਈਨਸ ਕੀਤਾ ਤਾਂ ਆਪਣੇ ਕੋਲ ਕਿੰਨਾ ਬਚਿਆ 9, ਉਦਾਂ ਆਇਆ ਜੀ 9। ਕਲੀਅਰ? ਹਾਂਜੀ। ਓਵਰ ਬਿਟਵੀਨ ਵਰਬ ਸੈਂਟੈਂਸ ਦੀ ਜਗ੍ਹਾ ਤੇ ਹੋਰ ਕਿਹੜਾ ਸੈਂਟੈਂਸ ਯੂਜ਼ ਕਰ ਸਕਦੇ ਸੀਗੇ? ਹੋਰ ਦੇਖੋ ਫਿਕਸ ਕੋਈ ਨਹੀਂ ਕਰ ਸਕਦੇ, ਉਹ ਫਿਰ ਆਪਾਂ ਨੂੰ ਕੁਝ ਰਿਸਪੈਕਟਿਵਲੀ ਵਾਲਾ ਲਗਾ ਸਕਦੇ ਹੋ। ਜਿਵੇਂ ਦੇਖੋ ਕਿ ਦੀ ਕੰਟਰੀਬਿਊਸ਼ਨ ਆਫ GDP ਜਾਂ ਕਹ ਲਓ ਦੀ ਪਰਸੈਂਟੇਜ ਆਫ GDP was the percentage of GDP was 13%, 11%, and 15% in 2016, 2017 and 2018, respectively। ਤਾਂ ਉਹਦੀ ਜਗ੍ਹਾ ਤੇ ਫਿਰ ਤੁਸੀਂ ਇਹ ਸੈਂਟੈਂਸ ਯੂਜ਼ ਕਰ ਲੈਂਦੇ। 15 ਵਰਡ ਦਾ ਸੈਂਟੈਂਸ ਹੈ, ਉਹ ਆਪਣਾ ਬਣਿਆ ਸੀਗਾ ਜੀ ਉਹ 14 ਦਾ ਹੈਗਾ। ਤਾਂ ਸੇਮ ਹੀ ਹੈ, ਮਤਲਬ ਥੋੜਾ ਜਿਹਾ ਫਰਕ ਪੈ ਜਾਣਾ ਸੀਗਾ। ਤਾਂ ਕਿਉਂਕਿ ਆਪਾਂ ਇੱਥੇ ਜੇ ਆਹ ਵਾਲੀ ਲਾਈਨ ਇੱਥੇ ਕਰਦੇ ਆ ਮੈਂ ਦੀ ਪਰਸੈਂਟੇਜ ਆਫ GDP, ਤਾਂ 2-3 ਵਰਡਸ ਦਾ ਫਰਕ ਪੈ ਜਾਊਗਾ। ਚਲੋ 2-3 ਵਰਡਸ ਦੇ ਲਈ ਕੀ ਫਾਈਟ ਕਰਨੀ, ਤੁਹਾਡੇ ਵਰਡਸ 140 ਵੀ ਰਹਿ ਜਾਣ ਕੋਈ ਚੱਕਰ ਨਹੀਂ, ਗੱਲ ਜਸਟੀਫਾਈਡ ਹੋਣੀ ਚਾਹੀਦੀ ਹੈ ਤੁਹਾਡੀ ਪੂਰੀ। ਠੀਕ ਹੈ, ਗੁਰਪੁਰਬ ਹੈਗਾ, ਬਾਹਰ ਪਟਾਕੇ ਚੱਲ ਰਹੇ ਨੇ, ਸਾਰਿਆਂ ਨੂੰ ਹੈਪੀ ਗੁਰਪੁਰਬ। ਹਾਂਜੀ ਕਲੀਅਰ ਜੀ ਸਭ ਨੂੰ, एवरीवन? ਯੈਸ ਸਰ। ਚਲੋ ਗੁੱਡ। ਓਕੇ, ਚੈਟ ਬਾਕਸ 'ਚ ਮੈਸੇਜ ਆ ਗਏ ਨੇ ਮੈਨੂੰ, ਠੀਕ ਹੈ ਓਕੇ ਜੀ। ਸੋ ਚਲੋ ਇੱਥੇ ਫਿਰ ਹੁਣ ਆਪਾਂ ਕਰਦੇ ਹਾਂ ਕਲਾਸ ਨੂੰ ਫਿਨਿਸ਼, ਠੀਕ ਹੈ। ਤੇ ਮਿਲਦੇ ਆ ਕੱਲ ਨੂੰ। ਕੱਲ ਵਾਲੀ ਕਲਾਸ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਪੀਕਿੰਗ ਟੀਚਰ, ਜੋ ਅੱਜ 3-4 ਨਵੀਆਂ ਐਡਮਿਸ਼ਨਸ ਆਈਆਂ ਨੇ, ਉਹਨਾਂ ਨੂੰ ਸਪੀਕਿੰਗ ਟੀਚਰ ਨਹੀਂ ਮਿਲਿਆ, ਮੈਨੂੰ ਮੈਸੇਜ ਕਰ ਦਿਓ, ਔਰ ਮਟੀਰੀਅਲ ਵੀ ਨਹੀਂ ਮਿਲਿਆ ਮੈਨੂੰ ਮੈਸੇਜ ਕਰ ਦਿਓ, ਮੈਂ ਪ੍ਰੋਵਾਈਡ ਕਰਾਉਣਾ ਜੀ, ਠੀਕ ਹੈ। ਸੋ ਬਾਏ ਬਾਏ ਜੀ, ਥੈਂਕ ਯੂ, ਥੈਂਕਸ ਫॉर गिविंग योर प्रीशियस टाइम। ਧਿਆਨ ਰੱਖੋ ਆਪਣਾ, ਆਪਣੀ ਫੈਮਿਲੀ ਦਾ। ਬਾਏ ਬਾਏ ਜੀ, ਥੈਂਕ ਯੂ ਸਰ। ਵੈਲਕਮ ਜੀ।